ਅਹਿਮਦੀਨ ਤੋਂ ਜ਼ਿਆਦਾ ਤਹਿਕੀਕ ਹੈ ਫੈਸਲ ਦੀ। ਹਾਂਜੀ ਇਹ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਲੇਕਿਨ ਅਗਰ ਫੈਸਲ ਸਾਹਿਬ ਨੇ ਕੋਈ ਨਵੀਂ ਜਗ੍ਹਾ ਤੇ ਚੀਜ਼ਾਂ ਲੱਭੀਆਂ ਨੇ ਤੇ ਪੜ੍ਹਨੀਆਂ ਪੈਣਗੀਆਂ, ਪੜ੍ਹਨੀਆਂ ਚਾਹੀਦੀਆਂ ਨੇ। ਇੱਕ ਸੈਕਿੰਡ, ਕਿਉਂਕਿ ਇਸ ਟਿਕਟੋਕ ਦੀ ਦੁਨੀਆ 'ਚ ਮੇਰਾ ਖਿਆਲ ਹੈ ਕਿ ਜਿੰਨੀ ਕਿਤਾਬਾਂ ਫੈਸਲ ਸਾਹਿਬ ਨੇ ਪੜ੍ਹੀਆਂ ਨੇ ਜਮਾਤ ਦੀਆਂ, ਹਾਂ ਮੇਰਾ ਨਹੀਂ ਖਿਆਲ ਹੈ ਕਿ ਅਹਿਮਦੀ ਨੇ ਵੀ ਪੜ੍ਹੀਆਂ ਨੇ। ਇਹ ਹੁਣ ਫੈਸਲ ਭਾਈ ਅਲੀਮ ਸਾਹਿਬ ਨੂੰ ਤੁਸੀਂ ਵੀ ਚੈੱਕ ਦੇ ਰਹੇ ਹੋ? ਮੈਂ ਪੜ੍ਹ ਕੇ ਯਾਦ ਵੀ ਰੱਖੀ ਹੈ ਤੇ ਸਮਝਿਆ ਵੀ ਹੈ ਮਿਰਜ਼ਾ ਸਾਹਿਬ ਦੀ ਮੁਰਾਦ ਕੀ ਹੈ। ਮੈਂ ਲੋਕਾਂ ਦੀ ਮੁਰਾਦ ਨਹੀਂ ਲੈਂਦਾ। ਮਿਸਾਲ ਦੇ ਤੌਰ ਤੇ ਜੋ ਮਿਰਜ਼ਾ ਸਾਹਿਬ ਨੇ ਮੁਰਾਦ ਲਿਖਿਆ ਹੈ ਨਾ ਲਫ਼ਜ਼ ਕਿ इससे मेरी मुराद ये है, मैं वही मुराद लेना है। ਅੱਛਾ ਇੱਕ ਸੈਕਿੰਡ ਫੈਸਲ ਭਾਈ ਹੁਣੀ ਫੈਸਲਾ ਹੋ ਜਾਂਦਾ। ਅਲੀਮ ਭਾਈ ਤੁਸੀਂ ਅਹਿਮਦੀ ਹੋ, ਠੀਕ ਹੋ ਗਏ? ਅਲੀਮ ਭਾਈ ਇੱਕ ਮਿੰਟ ਤੁਸੀਂ ਅਹਿਮਦੀ ਹੋ ਨਾ? ਅਲੀਮ ਭਾਈ ਜੀ ਤੁਹਾਡੀ ਆਵਾਜ਼ ਕੱਟ ਰਹੀ ਹੈ। ਹੁਣ ਹੀ ਫੈਸਲਾ ਕਰ ਦਿੰਦੇ ਆ, ਇਹ ਗੋ ਤੇ ਅਹਿਮਦਾਨ ਜੀ ਮੈਂ ਅਹਿਮਦੀ ਹਾਂ। ਅੱਛਾ ਤੁਸੀਂ ਮਿਰਜ਼ਾ ਸਾਹਿਬ ਨੂੰ ਕਿਹੜਾ ਕਨਫਿਊਜ਼ ਅਹਿਮਦੀ? ਤੁਸੀਂ ਮਿਰਜ਼ਾ ਸਾਹਿਬ ਨੂੰ ਜ਼ਿਲੀ ਬਰੂਜ਼ੀ ਗੈਰ ਹਕੀਕੀ ਗੈਰ ਸ਼ਰਈ ਨਬੀ ਮੰਨਦੇ ਹੋ ਨਾ? ਬਿਲਕੁਲ, ਜਿਹੜੇ ਅਲਫਾਜ਼ 'ਚ ਉਹਨਾਂ ਨੇ ਮਿਰਜ਼ਾ ਸਾਹਿਬ ਨੇ ਲਿਖਿਆ ਉਹਨਾਂ ਅਲਫਾਜ਼ ਵਿੱਚ ਉਹਨਾਂ ਨੂੰ ਮੈਂ ਉਂਝ ਹੀ ਮੰਨਣਾ। ਇਸ ਵਜ੍ਹਾ ਤੋਂ ਮੈਂ ਕਹਿ ਰਿਹਾ ਅਗਰ ਫੈਸਲ ਭਾਈ ਦੇ ਕੋਲ ਕੋਈ ਐਸੀ ਚੀਜ਼ ਹੈ, ਹਵਾਲਾ ਹੈ, ਤੇ ਪੜ੍ਹਿਆ ਜਾ ਸਕਦਾ। ਮੈਨੂੰ ਉਮੀਦ ਹੈ ਉਹਦੇ ਵਿੱਚ ਵੀ ਕੁਛ ਨਾ ਕੁਛ ਅਲਫਾਜ਼ ਹੋਣਗੇ ਔਰ ਉਹ ਅਲਫਾਜ਼ ਦੇ ਨਾਲ ਮੈਂ ਵੀ ਮੰਨਣਾ ਉਹਨਾਂ ਨੂੰ। ਅਲੀਮ ਸਾਹਿਬ ਤੁਸੀਂ ਆਪ ਫੈਸਲਾ ਕਰੋ। ਥੱਲੇ ਬੈਠੇ ਨੇ ਟੋਨੀ ਅਮਜਦ ਸਾਹਿਬ, ਉਹਨਾਂ ਦਾ ਇੱਕ ਬਿਆਨ ਸੀ ਲੱਗੀ ਹੈ ਉਤੋਂ ਡਿੱਗੇ ਨੇ। 2 ਦਿਨ ਵੀ ਨਹੀਂ ਆਉਂਦੇ ਆਪਣਾ ਇਹ ਫੈਸਲਦਾਰ ਭਾਈ, ਉਹ 2 ਦਿਨ ਵੀ ਨਹੀਂ ਫੈਸਲਦਾਰ ਭਾਈ ਇੱਕ ਮਿੰਟ। ਅਲੀਮ ਸਾਹਿਬ ਨੂੰ ਯਕੀਨ ਹੈ ਪਰ ਮਿਰਜ਼ਾ ਸਾਹਿਬ ਬਚਤ ਵਾਸਤੇ ਕੋਈ ਨਾ ਕੋਈ ਲਫ਼ਜ਼ ਵਿੱਚ ਲਿਖਿਆ ਹੋ ਸੀ ਲਾਜ਼ਮੀ। ਬਸ ਜੋ ਲਿਖਿਆ ਮੈਂ ਨਹੀਂ ਕਹਿ ਰਿਹਾ, ਜੋ ਲਿਖਿਆ ਮੈਂ ਪੜ੍ਹ ਕੇ ਕੱਲ ਵੀ ਸੁਣਾਇਆ ਸੀ, ਸਾਹਮਣੇ ਲੱਗਿਆ। ਮੈਂ ਹੁਣੇ ਫੇਰ ਪੜ੍ਹ ਕੇ ਸੁਣਾ ਦੇਣਾ, ਲੇਕਿਨ ਪਹਿਲੇ ਗੱਲ ਹੈ ਕਿ ਅਸੂਲਾਂ ਦੇ ਉੱਤੇ ਸੁਣਾਓ ਹੀ ਨਹੀਂ ਨੇ, ਸੁਣਾਓ ਪਲੀਜ਼। ਸਾਡੇ ਲੋਕਾਂ ਦਾ ਚੈਲੰਜ ਹੈਗਾ ਸੀ ਕਿ ਮਿਰਜ਼ਾ ਸਾਹਿਬ ਨੇ ਜਿੱਥੇ ਨਬੂਵਤ ਦਾ ਦਾਵਾ ਕੀਤਾ ਉੱਥੇ ਜ਼ਿਲ ਤੇ ਬਰੂਜ਼ ਦਾ ਲਫ਼ਜ਼ ਹੈ। ਇਹ ਟੋਨੀ ਸਾਹਿਬ ਨੇ ਕਿਹਾ ਹੈ। ਮਲਕ ਕੈਸਰ ਸਾਹਿਬ ਨੇ ਇਸ ਝੂਠੀ ਗੱਲ ਦੀ ਤਸਦੀਕ ਕੀਤੀ ਹੈ ਕਿ ਹਾਂ ਐਸਾ ਹੀ ਹੈ। ਮੈਂ ਚੀਕਾਂ ਮਾਰਦਾ ਰਿਹਾ। ਅੱਛਾ ਚਲੋ ਪਹਿਲੇ ਤੁਸੀਂ ਕਰ ਲਓ ਫਿਰ ਮੈਂ ਕਰਾਂਗਾ ਮਲਕ ਸਾਹਿਬ। ਉਹਨਾਂ ਨੇ ਅਜੇ ਵਿਰਤ ਪੂਰਾ ਸ਼ੁਰੂ ਕੀਤਾ ਸੀ। ਉਹਨਾਂ ਨੇ ਅਜੇ ਪਹਿਲੀ ਲਾਈਨ ਪੜ੍ਹੀ ਹੈ, ਅੱਗੇ ਲਾਈਨ ਹੀ ਚਾਹਣਾ ਸੀ। ਜਾਂ ਜਿੱਥੇ ਨਬੂਵਤ ਦਾ ਦਾਵਾ ਕੀਤਾ ਹੈ ਉੱਥੇ ਉਮਤੀ ਨਬੀ ਲਿਖਿਆ ਹੈ, ਜਾਂ ਜਿੱਥੇ ਨਬੂਵਤ ਦਾ ਦਾਵਾ ਲਿਖਿਆ ਉੱਥੇ ਗੈਰ ਹਕੀਕੀ ਲਿਖਿਆ ਹੈ। ਉਮਤੀ ਨਬੀ ਤੇ ਹਜ਼ਰਤ ਯਾਹਿਆ ਵੀ ਨੇ, ਉਮਤੀ ਨਬੀ ਤੇ ਹਜ਼ਰਤ ਜ਼ਿਕਰਿਆ ਵੀ ਨੇ। ਇਹ ਸਾਰੇ ਹਜ਼ਰਤ ਮੂਸਾ ਦੀ ਉਮਤ ਚ ਨਹੀਂ ਹੈਗੇ। ਕੀ ਨੇ ਉਹ? ਤੁਸੀਂ ਉਹਨਾਂ ਦੀ ਉਮਤ ਤੋਂ ਬਾਹਰ ਨੇ। ਤੁਸੀਂ ਜਿਹੜਾ ਨਾ ਮੈਨੂੰ ਦੱਸੋ ਹਜ਼ਰਤ ਈਸਾ ਇੰਨੇ ਉਲੁਲ ਅਜ਼ਮ ਪੈਗੰਬਰ, ਹਜ਼ਰਤ ਈਸਾ ਮੌਜਾਤੀ ਪੈਗੰਬਰ ਹਜ਼ਰਤ ਮੂਸਾ ਦੀ ਉਮਤ ਚੋਂ ਹੈ ਨੇ ਕਿ ਨਹੀਂ ਹੈ ਨੇ? ਪਹਿਲੇ ਦੱਸੋ। ਉਹ ਸਰ ਜੀ ਤੁਸੀਂ ਹਜ਼ਰਤ ਮੂਸਾ ਦੀ ਉਮਤ ਚੋਂ ਹਜ਼ਰਤ ਈਸਾ ਹੈ ਨੇ? ਯੈਸ ਔਰ ਨੋ ਸਰ? ਨਾ ਗੈਰ ਹਕੀਕੀ ਨਹੀਂ। ਹੁਣੇ ਗੱਲ ਹੋ ਰਹੀ, ਹੁਣੇ ਜਿਹੜਾ ਲਫ਼ਜ਼ ਤੁਸੀਂ ਲਿਆਓਗੇ ਮੈਂ ਉਹਦੀ ਤੇ ਗੱਲ ਕਰਾਂਗਾ ਨਾ। ਹੁਣ ਦੇਖੋ ਨਾ ਨਵੀਂ ਚੀਜ਼ ਇਜਾਦ ਕੀਤੀ ਮਲਕ ਕੈਸਰ ਸਾਹਿਬ ਨੇ। ਗਾਰ ਸਾਹਿਬ ਹਵਾਲਾ ਤੇ ਪੜੋ ਨਾ, ਹਵਾਲਾ ਪੜੋ ਜਰਾ। ਫੈਸਲ ਭਾਈ ਅਗਰ ਇਹਨੂੰ ਇਸ ਚੀਜ਼ ਨੂੰ ਇਸ ਤਰ੍ਹਾਂ ਦੇਖ ਲਈਏ ਜਿਵੇਂ ਮਲਕ ਸਾਹਿਬ ਦੇਖੋ ਨਾ ਬਿਲਕੁਲ ਸਹੀ ਉਹ ਗੱਲ ਕਰ ਰਹੇ ਨੇ। ਦੇਖੋ ਮਲਕ ਸਾਹਿਬ ਮਲਕ ਸਾਹਿਬ ਨੂੰ ਮੈਂ ਪੁੱਛਣਾ, ਮਲਕ ਸਾਹਿਬ ਜਿੱਥੇ ਉਹਨਾਂ ਨੇ ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਵਾ ਕੀਤਾ ਹੈ, ਠੀਕ ਹੈ ਨਾ? ਦਾਵਾ ਕੀਤਾ ਹੈ ਨਾ? ਹਾਂ ਜੀ। ਚਲੋ ਸ਼ੁਕਰ ਹੈ ਹੀ ਬਰਾੜਾ ਸੀ। ਹੁਣ ਬਹਿਸ ਮੁੱਕ ਗਈ। ਯੂਸਫੀ ਭਾਈ ਯੂ ਆਰ ਦੀ ਗ੍ਰੇਟ। ਅਗਲੇ ਸਫੇ ਤੇ ਕੀ ਕੀਤਾ ਮਲਕ ਸਾਹਿਬ, ਇਹ ਵੀ ਦੱਸੋ ਨਾ। ਅਗਲੇ ਸਫੇ ਤੇ ਕੀ? ਉਹ ਬਾਅਦ ਦੀ ਗੱਲ ਹੈ। आमिर नज़ीर जैसा बंदा, इतना काबल इंसान, मैं इतने ਲੈਵਲ ਤੇ ਉਹਨਾਂ ਦੇ ਕੋਲੋਂ ਜਾ ਕੇ ਪੁੱਛਿਆ। ਉਹਨਾਂ ਨੇ ਕਿਹਾ ਜਿੱਥੇ ਉਹਨਾਂ ਨੇ ਦਾਵਾ ਕੀਤਾ ਨਾਲ ਇਨਕਾਰ ਵੀ ਬਰਾਬਰ ਕੀਤਾ, ਫਿਰ ਆਖਰ ਵਿੱਚ ਕੀਤਾ, ਫਿਰ ਨਹੀਂ ਕੀਤਾ, ਫਿਰ ਆਖਰ ਵਿੱਚ ਕੀਤਾ, ਫਿਰ ਨਹੀਂ ਕੀਤਾ। ਫਿਰ ਉਸ ਤੋਂ ਬਾਅਦ ਤਾਰਿਕ ਚੌਹਾਨ ਸਾਹਿਬ ਕੋਲ ਪੁੱਛਿਆ ਨਹੀਂ ਕੀਤਾ ਹੈ, ਗਿਣੋ ਜ਼ਰਾ। ਸੁਣੋ ਤਾਰਿਕ ਚੌਹਾਨ ਸਾਹਿਬ ਕੋਲੋਂ ਪੁੱਛਿਆ, ਉਹ ਕਹਿੰਦੇ ਨੇ ਬਿਲਕੁਲ ਕੀਤਾ, ਲੇਕਿਨ ਉਹਨਾਂ ਨੇ ਨਾਲ ਮਦਈਏ ਨਬੂਵਤ ਤੇ ਲਾਨਤ ਵੀ ਪਾਈ ਹੈ। ਇਹ ਤਾਰਿਕ ਚੌਹਾਨ ਦੇ ਅਲਫਾਜ਼ ਨੇ। ਫਿਰ ਉਸ ਤੋਂ ਬਾਅਦ ਹੁਸੈਨੀ ਸਾਹਿਬ ਤੇ ਬਿਲਕੁਲ ਹੀ ਨਹੀਂ ਮੰਨਦੇ ਨਾ, ਉਹ ਤੇ ਕਹਿੰਦੇ ਨੇ ਬਿਲਕੁਲ ਹੀ ਨਹੀਂ ਕੀਤਾ। ਯਾਰ ਹੁਸੈਨੀ ਸਾਹਿਬ, ਤੁਸੀਂ ਹੁਸੈਨੀ ਸਾਹਿਬ ਲੈ ਫਿਰਦੇ ਹੋ ਆਪਣਾ। ਹੁਸੈਨੀ ਸਾਹਿਬ ਦਾ ਅਸੀਂ ਕੀ ਸੁਣਨੇ? ਹੁਸੈਨੀ ਸਾਹਿਬ ਨੂੰ ਅਸੀਂ ਦੇਖਣੇ ਪਏ ਜਿਹੜਾ ਮਿਰਜ਼ਾ ਸਾਹਿਬ ਨੇ ਲਿਖਿਆ, ਤੁਹਾਡੇ ਸਾਹਮਣੇ ਲਿਖਿਆ ਹੈ, ਪੜ੍ਹ ਕੇ ਸੁਣਾਓ ਕੀ ਲਿਖਿਆ। ਚਲੋ ਜ਼ਰਾ
भाई अच्छा फैसल भाई अगला सफा भी पढ़ना है लाजमी। अच्छा हाँ अगला सवाल तो ज्यादा इंपॉर्टेंट है ना। मुर्तजा भाई अपनी ऐनक दियो जरा मोटी जेड़ी है मैं लाओ जरा इन्हों को पढ़ाओ राती में। पढ़ो यार मैंने व्हाट्सएप करो ये हवाला व्हाट्सएप करो मैं पढ़ना व्हाट्सएप करो मैं पढ़ना मैं व्हाट्सएप भी फैसल कर भाई। देना सर, लेकिन ये मलक कैसर पढ़ेगा ना, उन्हें अपनी जुबान ना पढ़ेगा। ਉਹ ਮੈਂ ਤਾਂ हाँ 10 पढ़ो जी लिखे मलिक है साहब कि पढ़ो। मैं मेरा नबूत का दावा नहीं है, तीसरी लाइन से लिखे है जी। ਮੈਂ ਤਾਂ 10 ਵਾਰੀ ਪੜਿਆ। ਇਹ ਲੈ ਕੇ ਆਇਆ ਸੀ ਹਵਾਲਾ ਸਿੱਧੂ ਸਿਆਲਕੋਟੀ ਹੁਸੈਨੀ ਸਾਹਿਬ ਕੋਲ, ਤੇ ਹੁਸੈਨੀ ਸਾਹਿਬ ਨੇ ਕਿਹਾ ਇਹ ਕੀ ਹੈ, ਇੱਕ ਲਿਹਾਜ਼ ਸੇ ਮੈਂ ਉਮਤੀ ਹੂੰ, ਇੱਕ ਲਿਹਾਜ਼ ਸੇ ਨਬੀ। ਲਿਹਾਜ਼ ਵਾਲਾ ਨਬੀ ਵੀ ਕਦੇ ਹੋਇਆ ਹੈ? ਉਹ ਤੇ ਭਾਈ ਮੈਂ ਉਮਤੀ ਦੀ ਤੈਨੂੰ ਤਾਰੀਫ ਨਹੀਂ ਦੱਸੀ ਮੇਰੇ ਭਰਾ। ਹਜ਼ਰਤ ਮੂਸਾ ਹਜ਼ਰਤ ਈਸਾ ਇਹਨੇ ਉਲੂਲ ਅਜ਼ਮ ਪੈਗੰਬਰ ਨੇ ਕਿਆ ਹਜ਼ਰਤ ਮੂਸਾ ਦੇ ਉਮਤੀ ਹੈ ਨੇ ਕਿ ਨਹੀਂ ਹੈ ਨੇ, ਪਹਿਲੇ ਮੈਨੂੰ ਦੱਸੋ। ਯਾਰ ਜਿਹੜੇ ਜਮਾਤ ਦੇ ਬੰਦੇ ਮੇਰਾ ਸਵਾਲ ਜਨਾਬ ਪੁੱਛ ਸੁਣ ਤੇ ਲਵੋ ਨਾ, ਤੁਸੀਂ ਕਨਫਿਊਜ਼ਨ ਮੈਂ ਤੁਹਾਡੀ ਕਨਫਿਊਜ਼ਨ ਦੂਰ ਕਰਨਾ ਚਾਹ ਰਹੇ हैं। ਅਲੀਮ ਸਾਹਿਬ ਕਹਿ ਰਹੇ ਨੇ ਉਮਤੀ ਨਬੀ ਮੰਨਦੇ ਆ, ਜ਼ਿੱਦੀ ਬਰੂਜ਼ੀ ਨਬੀ ਮੰਨਦੇ ਆ, ਗੈਰ ਹਕੀਕੀ ਨਬੀ ਮੰਨਦੇ ਆ, ਗੈਰ ਸ਼ਰੀ ਨਬੀ ਮੰਨਦੇ ਆ। ਜਮਾਤ ਵਾਲਾ ਬੰਦਾ ਕਹਿ ਰਿਹਾ ਹਜ਼ਰਤ ਈਸਾ ਅਲੈਹਿਸਲਾਮ ਹਜ਼ਰਤ ਮੂਸਾ ਦੀ ਉਮਤ ਦੇ ਵਿੱਚੋਂ ਹੈ ਨੇ ਕਿ ਨਹੀਂ ਹੈ ਨੇ? ਨਹੀਂ, ਉਹ ਤੇ ਮੇਰੀ ਬਦਾਸ਼ਤ ਤੋਂ ਬਹੁਤ ਪਹਿਲੇ ਦਿਨ इन्हें ये गैर हकीकी ने पहले भी दसो ना। यार कंफ्यूजन दूर करने वास्ते किसी अहमदी को पूछो क्यों। ਹਜ਼ਰਤ ਚਲੋ ਯਾਰ ਤੁਸੀਂ ਨਹੀਂ ਤਾਂ ਤੁਹਾਨੂੰ ਸ਼ਰਮ ਆਂਦੀ ਹੈ, ਤੁਹਾਨੂੰ ਸ਼ਰਮ ਆਂਦੀ ਹੈ। ਮੈਂ ਮੁਰਤਜ਼ਾ ਭਾਈ ਕੋ ਪੁੱਛ ਲੈਣਾ ਹੈ। ਮੁਰਤਜ਼ਾ ਭਾਈ ਹਜ਼ਰਤ ਈਸਾ ਅਲੈਹਿਸਲਾਮ ਇੰਨੇ ਉਲੁਲ ਅਜ਼ਮ ਪੈਗੰਬਰ ਹਜ਼ਰਤ ਮੂਸਾ ਦੀ ਉਮਤ ਦੇ ਵਿੱਚੋਂ ਹੈ ਨੇ ਕਿ ਨਹੀਂ ਹੈ ਨੇ? ਯਾਰ ਉਹ ਤੇ जी बिल्कुल दुरुस्त है हुन हुसैनी साहब वाली गल करा मैं पैदा ना सुना। हजरत दाऊद अलैहिस्सलाम एक और उलुल अज़म पैगंबर जिन्हां नूं ज़बूर दित्ती गई, हजरत मूसा दी उम्मत दे विचों है ने कि नहीं है ने? ਜਿਹੜੇ ਅਹਿਮਦੀ ਨੇ ਉਹ ਮੰਨਦੇ ਨਹੀਂ। ਇਹ ਪਹਿਲੇ ਯਾਰ ਇਹ ਹੁਣ ਤੁਸੀਂ ਆਏ ਬਾਏ ਸ਼ਾਇ ਸਵਾਲਾਂ ਨੂੰ ਤੁਸੀਂ ਉਹੀ ਕੰਮ ਕਰਦੇ ਪਏ ਹੋ। ਤੁਸੀਂ ਦੇਖੋ 4-5 ਦਿਨ ਤੁਸੀਂ ਅਲੀਮ ਨਾਲ ਬੈਠੇ ਹੋ, 4-5 ਦਿਨ ਤੁਸੀਂ ਅਲੀਮ ਨਾਲ ਬੈਠੇ ਹੋ। ये हवाला मैं व्हाट्सएप करो शुरू करते मैं पढ़ा ये हवाला व्हाट्सएप करो प्लीज। मेरे सवाल का जवाब को नहीं दिता ये तक। ਇਹ ਕਾਜ਼ਮੀ ਸਾਹਿਬ ਆ ਗਏ ਨੇ। ਕਾਜ਼ਮੀ ਸਾਹਿਬ मैं ਤੁਹਾਨੂੰ ਇਹ ਪੁੱਛ ਰਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਉਹ ਉਮਤੀ ਨਬੀ ਨੇ ਤੇ ਫਿਰ ਉਹ ਹਕੀਕੀ ਨਬੀ ਨੇ ਨਾ? ਨਹੀਂ, ਉਹਨਾਂ ਨੇ ਆਖਰ ਚਲੋ ਫਿਰ ਕਹਿੰਦਾ ਨਹੀਂ ਉਹ ਕੀ ਉਹ ਮਲਕ ਸਾਹਿਬ ਪਾਗਲ ਤਾਂ ਨਹੀਂ ਹੋ ਗਏ? ਉਹ ਜਿਹੜੇ ਉਲਲ ਅਜ਼ਮ ਅੰਬਿਆ ਗੁਜ਼ਰੇ ਨੇ ਜਿਨ੍ਹਾਂ ਨੂੰ ਫੈਸਲ ਭਾਈ ਉਮਤੀ ਨਬੀ ਕਹਿ ਰਹੇ ਨੇ, ਉਹ ਹਕੀਕੀ ਨਬੀ ਨੇ। ਮੈਂ ਕਿਹਾ ਮਿਰਜ਼ਾ ਸਾਹਿਬ ਦੀ ਗੱਲ ਕਰ ਰਹੇ ਹੋ। ਤੇ ਜੇ ਮਿਰਜ਼ਾ ਸਾਹਿਬ ਆਪਣੇ ਆਪ ਨੂੰ ਉਮਤੀ ਨਬੀ ਪੇ ਕਹਿੰਦੇ ਨੇ ਤੇ ਫਿਰ ਇਹ ਕਿਸ ਤਰ੍ਹਾਂ ਕਹਿੰਦੇ ਨੇ ਗੈਰ ਹਕੀਕੀ ਨੇ? ਉਹਨੂੰ ਫਿਰ ਹਕੀਕੀ ਮੰਨੋ। ਉਹ ਯਾਰ ਤੁਹਾਡੇ ਬਹੁਤ ਸਾਰੇ ਬੜੇ ਬੜੇ ਜਿਹੜੇ ਬਾਬੇ ਨੇ ਉਹਨਾਂ ਨੇ ਵੀ ਆਪਣੇ ਆਪ ਨੂੰ ਜ਼ਿਲ ਬਰੂਜ਼ ਕਿਹਾ ਹੋਇਆ ਜੇ, ਨਬੀ ਵੀ अच्छा ਕਿਹਾ। मैं इत्थे मैं तो सवाल एक ਯਾਰ ਕਮਾਲ ਹੈ ਯਾਰ। ਬਾਬਿਆਂ ਦਾ ਕੀ ਲੈਂਦੇ ਅਸੀਂ ਇੱਥੇ ਮਿਰਜ਼ਾ ਸਾਹਿਬ ਦੀ ਗੱਲ ਕਰਨੇ ਪਏ ਆ। ਬਾਬਿਆਂ ਦੇ ਵੀ ਚਲੇ ਜਾਾਂਗੇ, ਬਾਬਿਆਂ ਨੂੰ मेरा भी एक सुन लो कैसर मेरी भाई क्यों इरा कंफ्यूजन फैला रहे हो? मतलब कैसर भाई कैसर भाई ਇਹ ਕਿਤਾਬਾਂ 'ਚ ਕਨਫਿਊਜ਼ਨ। अच्छा सारे को एक सवाल है कि गैर हकीकी वजूद रखता है कोई ਮੈਂ कोई भी ਮੈਂ गैर ਆਮਿਰ ਨਜ਼ੀਰ ਬਾਈ ਕੋਲੋਂ ਪੁੱਛਿਆ। ਉਹਨਾਂ ਨੇ ਅੱਗੋਂ ਮੈਨੂੰ ਇੱਕ ਮਿਸਾਲ ਦਿੱਤੀ। ਉਹਨਾਂ ਨੇ ਕਿਹਾ ਸਾਡੇ ਇਲਾਕੇ ਦੇ ਵਿੱਚ ਇੱਕ ਬੰਦਾ ਸੀ ਤੇ ਉਹਨੇ ਜਨਾਬ ਕਿਰਬਾਨ ਖੋਲੀ ਹੋਈ, ਕਮੀਜ਼ ਦੇ ਬਟਨ ਅੱਗੋਂ ਖੁੱਲੇ ਹੋਏ ਹੈ ਤੇ ਬਨੈਨ ਬਾਹਰ ਨਿਕਲੀ ਹੋਈ ਤੇ ਨਾਲ ਦਾੜੀ ਵੀ ਰੱਖੀ ਹੋਈ ਤੇ ਨਾਲ ਤਵੀਜ਼ ਵੀ ਪਾਇਆ ਹੋਇਆ ਤੇ ਬੰਦੂਕ ਹੱਥ 'ਚ ਫੜੀ। ਅਸੀਂ ਉਹਦੇ ਕੋਲੋਂ ਪੁੱਛਿਆ ਬਾਈ ਤੂੰ ਇਹ ਬੰਦੂਕ ਕਿਉਂ ਚੁੱਕੀ ਹੈ? ਉਹ ਕਹਿੰਦਾ ਇਲੈਕਸ਼ਨ ਲੜਨਾ ਹੈ। ਪੁੱਛਿਆ ਦਾੜੀ ਕਿਉਂ ਰੱਖੀ ਹੈ? ਆਖਿਆ ਇਲੈਕਸ਼ਨ ਲੜਨਾ ਹੈ ਨਾ ਜੀ, ਸਾਡੀ ਬਦਮਾਸ਼ੀ ਹੈ। ਪੁੱਛਿਆ ਜੀ ਗਲੇ 'ਚ ਤਵੀਜ਼ ਕਿਉਂ ਪਾਇਆ? ਆਖਿਆ ਜੀ ਮੈਨੂੰ ਰਾਤੀ ਸੋਨਿਆਂ ਡਰ ਲੱਗਦਾ। ਤੇ ਇਹ ਉਹਨਾਂ ਨੇ ਮਿਸਾਲ ਦਿੱਤੀ ਦਾਅਵੇ ਦੀ ਕਿ ਉਹਨਾਂ ਨੇ ਜਿੱਥੇ ਜਿੱਥੇ ਦਾਅਵਾ ਕੀਤਾ ਨਾਲ ਨਾਲ ਇਨਕਾਰ ਵੀ ਕੀਤਾ। ਹੁਣ ਇਹ ਆਮਿਰ ਨਜ਼ੀਰ ਸਾਹਿਬ ਦੇ ਅਲਫਾਜ਼ ਨੇ, ਇਹ ਸ਼ੁਏਬ ਰਾਜਾ ਗਵਾਹ ਹੈ। ਆ ਬਿਲਕੁਲ ਮੇਰੇ ਸਾਹਮਣੇ ਗੱਲ ਹੋਈ ਸੀ। ਹਾਂ, ਜਿੱਥੇ ਜਿੱਥੇ ਉਹਨਾਂ ਦਾਵਾ ਕੀਤਾ ਯਾਨੀ ਕਿ ਡਰ ਗਏ ਸਨ। ਇਹ ਜਿਹੜੇ ਬੈਠੇ ਨੇ ਉਹ ਕਹਿ ਰਹੇ ਨੇ ਕਿ ਜੇ ਤੁਸੀਂ ਮੈਨੂੰ ਕਹੋਗੇ ਤੇ ਮੈਂ ਉਹ ਵਾਲੇ ਵੀ ਦੇ ਦਿਆਂਗਾ ਜਿੱਥੇ ਨਬੂਵਤ ਤੋਂ ਇਨਕਾਰ ਕੀਤਾ ਹੈ, ਤੇ ਜੇ ਕਹੋਗੇ ਉਹ ਵਾਲੇ ਵੀ ਦੇ ਦੇਂਗੇ ਜਿੱਥੇ ਇਕਰਾਰ ਕੀਤਾ ਹੈ। ਤੇ ਗੱਲ ਤਾਂ ਕਨਫਿਊਜ਼ਨ ਦੀ ਉਹ ਕਿਤਾਬਾਂ 'ਚ, ਮੈਂ ਥੋੜੀ ਬੁਲਾ ਰਿਹਾ। ਕਿਉਂ ਫੈਸਲ ਭਾਈ ਤੁਸੀਂ ਇਹ ਗੱਲ ਕੀਤੀ ਸੀ? अच्छा फैसल भाई यकीन करो कि जिन्ना कन्फ्यूज कैसर भाई ने अहमदिया नु कर दिता है ना, शायद ही किसी ने कीता है। फुटबॉल बनाता है राती दिहाड़ी के। मिर्जा साहब ने कीता है, कैसर साहब ने किथू करना है? यकीन करो अहमदिया ने फुटबॉल बनाए है। ठुड्डा वजदा है उधर, ठुड्डा वजदा उधर। कोई भी ऐसी कोई भी मतलब जो फतवा लगा सी 91 ਚ ਸਲੋਨਾ ਤੇ ਫਤਵਾ ਲੱਗਾ ਸੀ। ਉਹਨਾਂ ਨੇ ਆਖਿਆ ਕਿ ਨਬੀ ਦਾ ਨਾਂ ਹਟਾ ਕੇ ਮੁਹੱਦਿਸ ਲਿਖ ਦਿਓ। ਐ ਲੋ ਹੁਣ ਦੱਸੋ। ਇੱਥੇ ਰੱਖੋ ਸਾਡਾ
1901 ਵਿੱਚ ਫੇਰ ਕਹਿ ਦਿੱਤਾ, ਆ ਮੁਰਗੀ ਦਾ ਰੱਖੋ ਜੀ 1901 ਵਿੱਚ ਫੇਰ ਕਹਿ ਦਿੱਤਾ। ਇਹ ਗਲਤੀ ਦਾ ਇਜ਼ਾਲਾ ਪੜੋ ਨਾ। ਅੱਛਾ, ਕਨਵਰਸੇਸ਼ਨ ਰੁਕਣੀ ਨਹੀਂ ਚਾਹੀਦੀ ਬਰਾਏ ਮਿਹਰਬਾਨੀ। ਬਹੁਤ ਸਾਰੇ ਲੋਕ ਕਨਫਿਊਜ਼ਨ ਦਾ ਸ਼ਿਕਾਰ ਹੋਣਾ ਚਾਹ ਰਹੇ ਨੇ। ਯਾਨੀ ਸਾਹਿਬ ਗਏ ਨੇ, ਹਲੀਮ ਕਿੱਧਰ ਗਿਆ? कसम खा के कह रहे हैं 200 बंदा के दरमियान फैसल भाई मौजूद हैं, मैं मौजूद हूँ, कंफ्यूजन कैसा है? सवाल करें, आपको हम जवाब देते हैं नकद। 200 बंदा बैठा होया है नादिर उन्हां दी बराड़ ते। कसम खा के कह रहे हैं 4 बंदे वो भी इंजी कंफ्यूज हो गए। मैं क्या यार कसम एडा को बैठे ਉਹ ਕਹਿੰਦਾ ਕੋਈ ਨਬੀ ਦਾ ਦਾਵਾ ਕੋਈ ਨਹੀਂ ਮਾਂ ਮਹਿੰਦੀ ਨੇ। ਮੈਂ ਕੋਈ ਕਨਫਿਊਜ਼ ਨਹੀਂ ਗਾ, ਮੈਨੂੰ ਅਲਹਮਦੁਲਿਲਾ ਬਿਲਕੁਲ ਕਲੀਅਰ ਹੈਗਾ ਕਿ ਇਹ ਹੱਕ ਕੀ ਹੈ ਤੇ ਬਾਤਲ ਕੀ ਹੈ। ਭਾਵੇਂ ਤੁਸੀਂ ਜਿੰਨੀ ਮਰਜ਼ੀ ਬਾਤਲ ਨੂੰ ਕਹੋ ਨਹੀਂ ਜਨਾਬ ਇਹ ਬਾਤਲ ਨਹੀਂ ਹੈ, ਜਿਹੜਾ ਮੇਰੇ ਉੱਤੇ ਅੱਲਾ ਨੇ ਯਾ ਕੀਤਾ ਹੈ ਬਾਤਲ, ਮੈਂ ਚੌਂਕ 'ਚ ਵੀ ਖਲੋ ਕੇ ਬਾਤਲ ਕਹਾਂਗਾ, ਮਲਕ ਵਾਨ ਦੇ ਘਰ ਵੀ ਘੁਸ ਕੇ ਬਾਤਲ ਕਹਾਂਗਾ, ਹੁਸੈਨੀ ਸਾਹਿਬ ਦੀ ਲਾਈਫ ਤੇ ਖਲੋ ਕੇ ਵੀ ਬਾਤਲ ਕਹਾਂਗਾ। ਮੈਨੂੰ ਕੋਈ ਸ਼ਰਮ ਨਹੀਂ ਹੈਗੀ। ਨਾਰਾ ਤਕਬੀਰ। अल्लाहु अकबर। अच्छा, मैनू ਇਹ ਸਮਝ ਨਹੀਂ ਆ ਰਹੀ ਕਿ ਮਲਕ ਕੈਸਰ ਭਾਈ ਦਾ ਸਵਾਲ ਕੀ ਹੈ। ਥੋੜਾ ਸਵਾਲ ਕਲੀਅਰ ਕਰੋ ਤਾਂ ਕਿ ਜਵਾਬ ਕਲੀਅਰ ਕਰ ਦਈਏ। मेरा जी। सवाल ये है कि मिर्जा साहब का नबूवत का दावा है और नहीं है। ऐ सवाल है मेरा। है, बिल्कुल है। ਤੇ ਨਹੀਂ ਹੈ। तो नहीं भी है ना? नहीं नहीं नहीं, बिल्कुल है, क्यों नहीं हैगा? उन्होंने इनकार किया कि नहीं किया? चले सर, मैं बताता हूँ आपको। देखिए, चीज होती है, एक चीज होती है, बताएं इनकार किया कि नहीं किया? मैं आ रहा हूँ उस तरफ। आपको मैं जरा जब एक सिलसिले में से गुजारूंगा ना, जब सवालात के सिलसिले में से गुजारूंगा तो मलिक साहब आप भी यही कह उठेंगे। देखिए, मैं बताता हूँ आपको, अगर ये कहा जाए कि उनका दावा नहीं है, ठीक है, उसका दावा नहीं है, अगर ये कहा जाए तो ये झूठ है। क्यों? क्योंकि दावा तो उसने किया है। अब सवाल आपका ये होना चाहिए कि क्या उस दावे से उस बंदे ने मुनहरफ होने की कोशिश की है या नहीं की है। ये एक और चीज़ है। इससे दावा कर देना, ये बात कहना कि दावा ही नहीं है, ये बात गलत हो जाएगी। क्योंकि दावा किया है तो आज इनको हमने काफर बोला ना, हम पागल थोड़ी हैं कि दावे के बगैर ही। और दूसरा, आपने कभी पहले उम्मती नबी, जिल्ली, बरूजी नबी, ये आपने कभी नहीं सुना? जब ये लफ्ज़ ही आ गया आपके सामने तो फिर दावे से इनकार करने वाले को तो बंदा उल्टा लटका के छितर मारे, भाई क्यों कह रहे हो? हाँ, ये कहो कि उससे मुनहरफ हुआ या नहीं हुआ, इस पे गुफ्तगू हो तो फिर तो हम बात करें। हाँ, लेकिन अगर कोई ये कहे कि सिरे से दावा ही मौजूद नहीं है तो वो झूठा आदमी है। मैंने कब कहा है? मैंने कहा है कि दावा किया, पहले यहाँ पे ब्रेक मारे, फिर बिल्कुल कहा कि नहीं भी किया, यहाँ भी ब्रेक मार दे। नहीं नहीं, ये आपकी दूसरी बात गलत होगी ना। क्या इनकार नहीं किया उन्होंने? सर, इनकार करना एक और चीज होती है। एक देखिए ना, मेरी बात सुने, इनकार करना एक और चीज है। इनकार होता ही उस चीज का जिसकी मौजूदगी हो। किसी गैर मौजूदा चीज का इनकार होता है? इनकार तो होता ही उस चीज का जिसकी मौजूदगी साबित हो। वो देखिए नीचे जजा साहब कह रहे हैं मिर्जा साहब कभी भी मुनरफ नहीं हुए। हाँ, तो इसका मतलब है जजा साहब मानते हैं, जजा साहब लिखे ना नीचे कि मिर्जा साहब का नबूवत का दावा मौजूद है और उस पर वो कायम है। कैसर साहब जो हैं वो इस कंफ्यूजन का शिकार नहीं रहेंगे। फिर बता दो, करें अपनी तबलीग, फिर गज वज के करें जी। नबी जैसे हजरत ईसा नबी, जैसे हजरत मोहम्मद सल्लल्लाहु अलैहि वसल्लम नबी, जैसे हजरत यहिया नबी, ऐसे नबी का दावा उनका आया तो मैं 100% आपकी बात मानने को तैयार हूँ। नहीं नहीं नहीं, कैसर भाई देखिए, बात ये होती है कि जो किस्में हैं ना, नबूवत की किस्में, ये किस्में नबूवत की इन्होंने निकाली हैं। क्या आपको कुरान और हदीस पढ़ के इस चीज़ का कोई इदराक हुआ है कि नबी अलैहिस्सलातु वस्सलाम ने या कुरान ने बताया हो कि ये फलां टाइप का नबी है और ये फलां टाइप का नबी है? बिल्कुल नहीं, कोई कुरान में क्या कोई टाइप नहीं है ना। हाँ, तो मसला ये होता है मेरे भाई कि काज़मी भाई, 2 किस्में हैं, एक अंबिया, नॉर्मल अंबिया, और एक उनमें से खास रसूल जो अल्लाह मुंतखब करता है। बस ये, इससे आगे कोई डिस्ट्रीब्यूशन नहीं है। जी जी फैसल भाई मैं वही बात कर रहा हूँ। जब अल्लाह सुब्हाना व तआला ने फरमा दिया कुरान में, आमन के ला नुफर्रिकु बैना अहदिम मिर रुसुली, ईमान लाने में हम किसी एक के बारे में भी फ़र्क नहीं करते। तो इसका मतलब है कि ईमान लाने का तकाजा शरई नबी हो या गैर शरीयत वाला नबी हो, उसके ऊपर ईमान लाने का तकाजा सेम है। मैं तकाजे की बात कर रहा हूँ।
हाँ उसमें फर्दर आगे जाएं, अल्लाह ने एक को किताब दी दूसरे को किताब ना दी, ये तो अल्लाह ने ही बता दिया ना हमें कि फ़लाँ को हमने सहीफ़े दिए, फ़लाँ को हमने किताब दी, फ़लाँ को हमने जो है वो रोज़े रोशन जैसी निशानियाँ अता फरमाई। ये तो वो हैं चीज़ें जो कि अल्लाह सुब्हाना व तआला हमें बता रहा है। जो इक़साम नबूवत की डिस्कशन लेकर आते हैं ये लोग कि जी ज़िल्ली, बरूज़ी, गैर मुस्तकिल, गैर हकीकी, गैर शरई, मैं ये जानना चाहता हूँ कि ये इक़साम जो ये बयान करते हैं, इससे पहले 1400 साल में किसी गरोह ने ऐसी कोई इक़साम बयान की है या नहीं? नहीं की। मलक कैसर साहब नहीं की ना। इसका मतलब है ये जो कॉन्सेप्ट है मिर्ज़ा गुलाम अहमद कादियानी साहब से पहले एग्जिस्ट नहीं करता था इस्लाम में, नहीं करता था, नहीं करता था। अब अगर वो अपने आप को नबी कहें तो हम सबसे पहले तो उनसे कहेंगे ठीक है भाई, तुमने नबूवत का दावा तो कर दिया, अब इससे आगे जाके तफसील मांगे कि जी कौन सी टाइप ये वो, इन चक्करों में नहीं। नबूवत का दावा ऑन बॉटम लाइन कर दिया। एक बंदा एक स्कूल जाता है, वो स्कूल जाता है, हाँ वो किस क्लास में है, वो ये है वो है, वो बात की बातें हैं। लेकिन अगर वो स्कूल जाता है और वो उस क्लास में है तो अब ये तो नहीं कह सकते वो स्कूल से बाहर है, स्कूल में तो है वो, हाँ जी, उस कैटेगरी में तो वो आ गया ना अपने आप को लेके। अब मसला ये होता है जमात अहमदिया के साथ सबसे बड़ा जो प्रॉब्लम है वो ये है कि जिस चीज़ को ये एक्सप्लेन नहीं कर सकते ना, उस चीज़ के दायरे और किस्में बनाते हैं। जैसे इनसे सवाल पूछा गया 1974 में कि जी आप क्या अपने अलावा बाकी मुसलमानों को मुसलमान समझते हैं? तो वहाँ पर मिर्ज़ा नासिर अहमद साहब ने क्या फरमाया? ना हाँ। अब ये ना हाँ क्या होता है? ये हाँ नहीं क्या होता है? ये हाँ नहीं क्या होता है? ठीक है, ये हाँ नहीं क्या होता है? तो जब ये पूछा गया कि भाई हाँ नहीं है, आपने क्या जवाब दिया, वजाहत कर दें, तो उन्होंने कहा जी देखें जी, दायरा होता है एक इस्लाम का, उसमें फर्दर एक दायरा होता है, उस दायरे के लेफ्ट साइड पे ये होता है, राइट साइड पे ये होता है, एक सियासी मुसलमान होता है, गैर सियासी मुसलमान होता है, एक सियासी काफर होता है, गैर सियासी काफर होता है। तो मेरे भाई ये सिर्फ हीले हुज्जत मुसलमान होता है। हाँ जी, हाँ जी, ये उन्होंने बयान किया, ये दायरे उन्होंने बनाए हैं। अभी ये देखें, जब भी हम इनसे बात करते हैं ये हमें हमेशा एक चीज़ का इल्ज़ाम ठहराते हैं, ये कहते हैं जी आपको बात समझ नहीं आई। ऐसे कहते हैं ना, जिस तरह आज भी सुबह इन्होंने कहा आपको बात समझ नहीं आई। हम आपको बताएंगे क्या बात है, आपको बात समझ नहीं आई, साफ लिखी हुई चीज़ आपको समझ नहीं आई, हमें समझ में आ गई। तो ये उसके लिए फिर इक़साम निकालते हैं ताकि किसी तरीके से इनको उंगली रखने की जगह मिले कि हमें किसी ना किसी तौर से कोई बंदा इस्लाम में दाखिल कर ले और उसके बाद हम जाके अंदर घुस के जो हम करना चाहें वो करें। तो इस चीज़ के अंदर ये कामयाब नहीं हो सके। तो मलक कैसर साहब, आपको मैं ये इतना बता दूं कि किसी चीज़ के इनकार के लिए उसकी मौजूदगी ज़रूरी है पहले, क्योंकि मौजूदगी का इनकार होता है, गैर मौजूदगी का इनकार नहीं होता। उसकी गैर मौजूदगी होती है, बस गैर मौजूदगी है। इनकार उस चीज़ का होता है जिसकी एग्जिस्टेंस होती है पहले। जी हसन काज़मी भाई अस्सलाम वालेकुम। एक हदीस से आपका पूछना है जी, एक हदीस के बारे में पूछना है हसन काज़मी जी। मुर्तज़ा भाई, क्या कोई ऐसी हदीस मौजूद है कि जिसमें हज़रत सल्लल्लाहु अलैहि वसल्लम ने ये पेशगोई की हो कि मेरी उम्मत में एक शख्स पैदा होगा कि जो ईसा इब्न मरियम कहलाएगा और नबी के नाम से मौसूम किया जाएगा? जी बिल्कुल नहीं, कोई नहीं है, ऐसी कोई हदीस मौजूद नहीं है। नबी अलैहिस्सलातु वस्सलाम की जो हदीस है उसमें आप सल्लल्लाहु अलैहि वसल्लम ने, क्योंकि आप सल्लल्लाहु अलैहि वसल्लम की एक हदीस हमें बताती है कि अल्लाह सुब्हानहू व तआला ने मुझे 6 ऐसी चीज़ें अता की हैं जो कि अल्लाह सुब्हानहू व तआला ने इससे पहले किसी को अता नहीं की। अगर आप वो हदीस का मुताला करें तो उसमें एक खसूसियत जो अल्लाह पाक ने नबी अलैहिस्सलातु वस्सलाम को अता की वो थी जवामे कलिमात। जवामे कलिमात का मतलब है कि कम कलिमात लेकिन इतना वसी उसका अहाता कि सोच भी नहीं सकता। तो आप सल्लल्लाहु अलैहि वसल्लम के मुंह से निकला हुआ ये जुमला कि इब्ने मरियम तुम में नाजिल होंगे, ये बात अदब में, ये बात अरबिक में, किसी भी लैंग्वेज के अंदर ये बात एक लाजिम व मलजूम होती है कि आप किसी की कुन्नियत को किसी दूसरे का नाम नहीं दे सकते। जो कुन्नियत होती है ना, वो कुन्नियत होती है, वो एक ऐसा रिलेशन होता है। इब्ने मरियम का लफ्ज़ आया है, इब्ने मरियम, कि वो वक्त करीब है जब तुम में इब्ने मरियम नाजिल होंगे, वो हकम और अदल हुक्मरान होंगे और वो सलीब को तोड़ देंगे, सूअर को कत्ल कर देंगे और पैसे की इतनी रेल पेल होगी कि जिजिया मौकूफ़ कर देंगे। ठीक है, ये है मेरे नबी की हदीस। जी काज़मी साहब, ये तो है, ये तो मुख्तलिफ है। मिर्ज़ा साहब कह रहे हैं गुलाम अहमद के
حضرت نبی کریم صلی اللہ علیہ وآلہ وسلم کی پیش گوئی کے مطابق میری امت میں ایک ایسا شخص پیدا ہوگا کہ جس کا نام عیسیٰ ابن مریم ہوگا اور وہ نبی کے نام سے موسوم ہوگا. یہ مرزا صاحب رسول اللہ کی طرف یہ منسوب کر رہے ہیں صلی اللہ علیہ وسلم. محمد طارق صاحب سے پوچھ لیتے ہیں. کیونکہ نبی جو ہے نا، نبی وہ نام نہیں ہوتا طارق کسی صاحب کا. آئے نا، ان سے پوچھ لیتے ہیں. نہیں عیسیٰ ابن مریم ہوگا وہ. جی میں وہی بات کہہ رہا ہوں کہ جب آپ عیسیٰ کہہ دیں نا، عیسیٰ کہہ دیں کسی کو، عیسیٰ بہت ہیں، عیسیٰ ابن مریم کوئی نہیں ہے ان ایک کے علاوہ. عیسیٰ ابن مریم کہلائے گا، یہ بات کچھ نہیں ہے. نہیں یہ کوئی بالکل نہیں، جھوٹی بات ہے، جھوٹ ہے. میرے نبی نے فرمایا تم میں وہ وقت قریب ہے کہ ابن مریم تم میں نازل ایسا ہوں. شخص کون ہوتا ہے جو جھوٹی بات منسوب کرے رسول اللہ کی طرف؟ دجال ہوتا ہے، مفتری ہوتا ہے، کذاب ہوتا ہے. ٹھکانہ کیا ہے جی؟ ٹھکانہ جہنم خالدین فیہا ابدا. جی اور پوچھو طارق صاحب کو. جی مرزا بھائی، آپ کی اطلاع کے لیے عرض ہے، یہ جو دعویٰ یہاں پر ہوا ہے نا، جو آپ بیان کر رہے ہو کہ ایک آدمی پیدا ہوگا جو عیسیٰ ابن مریم کہلائے گا، جی اس کو بعد میں اپ گریڈ کیا گیا ہے، اور اپ گریڈ کر کے نبی کریم صلی اللہ علیہ وسلم کی باسط ثانی انٹروڈیوس کرائی گئی ہے، اور پھر اس باسط ثانی کا اپنے اوپر ظہور کیا گیا ہے، اور وہاں پر بھی یہی الفاظ استعمال ہوئے ہیں جو ابھی کر رہے ہیں کہ نبی کریم صلی اللہ علیہ وسلم کے قول کے مطابق جب ان کی دنیا میں دوبارہ باسط ثانی ہوگی تو وہ یہ ہوگی، تو وہ یہ ہوگی. تو جس وقت آپ اس کا حوالہ پوچھنے جائیں نا کہ حضرت عیسیٰ کا حوالہ کہاں پہ ہے، تو وہ باسط ثانی جو انہوں نے نبی کریم صلی اللہ علیہ وسلم کی ہے گھر میں بیٹھ کے قادیان کے، اس کا بھی حوالہ لے کے آنا پلیز. یہ ذہن میں یاد رکھنا، یہ پرانا دعویٰ ہے. اس کے اوپر آخری دعویٰ جو موجود ہے نا، اس کے اگلا دعویٰ وہ ثانی محمد کا ہے، یہ یاد رکھیے گا، محمد ثانی. فیصل بھائی جو اپنے جوید ایک منٹ کیسر بھائی، ایک منٹ کاظمی صاحب، اگر میں بولوں، میں 10 بار لکھوں کہ میں وزیر اعظم ہوں اور 10 بار لکھ دوں کہ میں وزیر اعظم نہیں ہوں، تو از اکول ٹو 0 آئے گا کہ از اکول ٹو 1 آئے گا؟ دیکھیں بھائی، میں یہ بات کہہ رہا ہوں کہ ایک انسان کا یہی کہہ دینا، اگر وہ یہ نہ بھی لکھے کہ میں وزیر اعظم ہوں اور اس کے بعد لکھے میں وزیر اعظم نہیں ہوں، تو جو یہ لکھتا ہے نا میں وزیر اعظم نہیں ہوں، وہ اس چیز کو اپنے دماغ میں لے کے بیٹھا ہوتا ہے کہ کبھی نہ کبھی وقت میں تو تھا جو نہیں ہوں. دیکھیں غور سے سمجھیں چیز کو، یہ لوگ یہی کرتے ہیں آپ کے ساتھ، اور آپ لوگ اس ہتھ کنڈے کو اچھے سے سمجھ لیں. یہ آپ کو کہتے ہیں کہ جی دعویٰ ہے، اور پھر جب آپ اس کا کہتے ہیں، آپ کہتے ہیں جی انہیں دعویٰ کیا تھا نبوت دا، یہ کہیں گے جی دعویٰ نہیں کیا. ٹھیک ہے، پھر آپ ان سے یہی سوال الٹ کے پوچھیں کہ کیا دعویٰ نہیں کیا، تو یہ کہیں گے دعویٰ کیا ہے. اب ان کے پاس دعویٰ کرنے کے بھی دلائل اس چیز میں موجود ہیں جس میں دعویٰ نہ کرنے کے ہیں. تو اس کا حل یہ ہوتا ہے سمپل تھا کہ دعوے کا انکار کرنا دعوے کی غیر موجودگی کی ثبوت نہیں ہوتا. کسی چیز کے دعوے کا انکار اس کی غیر موجودگی کی دلیل نہیں ہوتا، کیونکہ دعویٰ موجود ہے. بات کو سمجھیں عبداللہ بھائی، کہ میں بات بتانا چاہ رہا ہوں وہ یہی ہے. کیا اس نے نبوت کا ذلی بروزی نبوت کا دعویٰ تو کیا. خلیفہ وقت بھائی، قادیانیوں کو تو چھوڑے، ملک کیسر صاحب کی بیماری میں آپ کو بتاؤں ان کا مسئلہ کیا ہوا ہے ان کے ساتھ. ان کا جو گمبھیر سمسیا ہے نا، وہ یہ ہے کہ میں ان کو 2-4 دفعہ سمجھا چکا ہوں کہ جو لاہوری مرزائی ہے نا، لاہوری مرزائی، وہ مرزا صاحب کے دعووں کی ریپرزنٹیشن میں جھوٹے ہیں. وہ مرزا صاحب کے دعووں کی تویل جھوٹی کرتے ہیں. آپ ان کی باتوں کو اوپر نہ جائیں. جبکہ جماعت قادیان جو ہے، بے شک وہ مرزا صاحب کی کتابوں میں تبدیلی بھی کر چکی ہے، اور بے شک انہوں نے مسلم موعود نے مرزا صاحب سے ہٹ کے ایک نیا دین ایجاد کیا. یہ ساری باتیں ٹھیک ہیں، لیکن جو مرزا صاحب کے نبوت کے دعوے ہیں ان میں جماعت قادیان جو بولتی ہے وہ ٹھیک بولتی ہے، وہ اسی طرح ہے. پرابلم یہ ہے، یہ کر بیٹھے ہوئے ہیں، سن بیٹھے ہوئے تھے لاہوری مرزائیوں کی باتیں، قاصر ملک کیسر صاحب، اور ان کا جو ذہن ہے وہ کیونکہ پہلی دفعہ اس کی طرف وہ کہتے ہیں فرسٹ امپریشن از دا لاسٹ امپریشن. اب میں جو مرضی پڑھ کے دکھا دوں، وہاں پہ ذلی بروزی لکھا ہی نہیں ہوا، 2 پیجوں کے اوپر سنائے ہیں، وہ کہہ رہے ہیں یہ ہے ذلی بروزی. تو اب میں اس کا کوئی علاج نہیں ہے خلیفہ وقت بھائی. لیکن یہ آپ جتنے بھی دوست سن رہے ہیں، یاد رکھیں جو مرزا صاحب کے کلام کی ایکسپلینیشن ہے نا، اس میں لاہوری جماعت ڈنڈی مارتی ہے، غلط بیانی کرتی ہے لاہوری جماعت. ہاں جی، اصل تو وہی بتائے گا نا جو ان کا جانشین ہے. اصل تو وہی بتائے گا نا جو اس کا جانشین ہے، جس نے وقت زیادہ گزارا ہے
तो ताए क्या टोनी मुझे साहब बता बताएं। रहे हैं ना, ताए टोनी साहब जी जी बता रहे हैं। अभी आपके साथ कितनी देर बात हुई, जी जी, तो वो क्या कह रहे थे? दिल, क्या रूह, कह, गैर हकीकी, गैर शरीक, गैर लेकिन मुस्तकिल, ये इस्लामी इस्तिलाहें ही नहीं है ना मेरे भाई। वो तो यही नहीं मानते हैं। काजमी साहब, हम क्या कह रहे हैं? हम यही तो कह रहे हैं कि उनका दावा है भी है और उनका दावा नहीं भी है। उनका दावा है भी है, नहीं नहीं उनका दावा नहीं भी है। उनका दावा नहीं है नहीं, भी है, दावा उनका उनका, दावा नहीं भी है। दावा उनका है, दावा उनका है, और वो दावा इस बात के ऊपर कतई मोहर लगाता है कि उन्होंने अल बदर अखबार में अपने आखिरी अयाम में जब उनका इंटरव्यू हुआ था तो वहाँ पर रिपोर्टर ने उनसे सवाल किया था। वो सवाल सुन ले क्या था। हाँ जी, वो सवाल ये था कि जनाब जो लोग तो आपको मुफ्तरी और कज़ाब कहते हैं उनको तो आप कुफर का फतवा दें तो ठीक है, लेकिन उन लोगों का क्या कसूर है बेचारों का जो आपके मामले में न्यूट्रल पोजीशन रखते हैं। तो इसके जवाब में मिर्ज़ा ग़ुलाम अहमद कादियानी साहब ने ये फरमाया था कि मैं अल्लाह का सच्चा नबी हूँ और मेरा जो इनकार नहीं करता वो तो ठीक है, लेकिन जो इस मामले में न्यूट्रल राय भी रखेगा वो भी उन्हीं के साथ खड़ा रहेगा कि जो मेरे ऊपर इल्ज़ामात लगाते हैं, तो इसलिए वो लोग भी काफिर हैं। ये है उनके आखिरी अयाम का इंटरव्यू जब इन्होंने कुफर के फतवे लौटाए हैं। और आज के मरज़ई क्या कहते हैं जी, हम काफिर सिर्फ आपको इसलिए कहते हैं क्योंकि आप हमें काफिर कहते हैं और क्योंकि नबी अलैहिस्सलातु वस्सलाम का फतवा है कि जो एक मुसलमान को काफिर कहेगा वो काफिर हो जाएगा। ऐसा नहीं है, ये फतवा भी नबी अलैहिस्सलातु वस्सलाम का गलत बताते हैं आपको। नबी अलैहिस्सलातु वस्सलाम ने फरमाया कि अगर किसी ने दूसरे पर कुफर का फतवा दिया तो उन दोनों में से एक काफिर हो गया, दोनों नहीं हुए। अगर तो मैंने किसी को काफिर कहा है और वो इस कुफर का मुस्तहिक है, फिर मेरे पे कुफर नहीं लौटता। ये बात इन लोगों को नहीं समझ में आती। मेरे पे कुफर तब लौटेगा जब मैं एक मुसलमान को, एक सही और अकीदा मुसलमान को काफिर कहूँ, तब मैं खुद काफिर हो जाऊँगा। लेकिन अगर मैं एक यहूदी को, एक ईसाई को, एक नसरानी को, एक कादियानी को काफिर बोलूँगा तो वो तो डिजर्व करता है कुफर का। उसी को तो अल्लाह सुब्हानहू व तआला भी फरमा रहा है कुरान में, कुल या अय्युहल काफिरून, ए नबी फरमा दीजिए इन काफिरों से। ठीक है ना? तो ये इसका क्या मतलब हुआ कि जी अगर किसी ने कुफर का फतवा दिया है, अब हम कुल या अय्युहल काफिरून पढ़ते हैं तो इसका मतलब है कि हमारे पे कुफर लौट रहा है। बिल्कुल ऐसी बात नहीं है। तो ये इस चीज़ की कतई दलील है कि मिर्ज़ा साहब ने बेसिकली जी अच्छा, दूसरी बात ये है कि मिर्जा साहब का तो चलो दावा है नबूवत का, वो अब इस दुनिया से चले गए, उनको हमने काफिर भी करार दे दिया, ठीक है। तो अब जो बंदा ये कहता है कि मुझे पढ़ के ये समझ आई है जमात में से जो बंदा है कि उनका नबूवत का दावा को नहीं, मैं इसलिए जमात छोड़ के जा रहा हूँ, ठीक है। अब हम उसको ये कहें नहीं उनका दावा तो है, तुम तो काफिर हो, उनका दावा तो है, तो उस बंदे के लिए क्या हेल्प है ये बताएं। ये बात की है, वाह सुभान अल्लाह। अच्छा, ये जो बात है कि वो बंदा छोड़ किस बुनियाद पे रहा है, इस बुनियाद पे छोड़ रहा है उनको कि उनका नबूवत का दावा नहीं है, नबूवत का दावा नहीं है। हाँ जी, और इसलिए मुझे मेरी पैरवी उनके ऊपर लाजिम नहीं है। ऐसी ही है। मुझे रिकॉर्डिंग करने दो, एक मिनट ठहरो। ये बात बड़े यार, क्या शुएब राजा सवाल किया है, सुभान अल्लाह यार। एक खलीफा वक्त साहब को तय करो, तुम मुझे जरा इसकी आज का कप शुएब राजा के नाम। बड़ा प्यार सवाल। जी खलीफा वक्त साहब जी आपने सवाल सुना नहीं? जी मैंने सवाल सुन लिया, मैं जवाब देता हूँ आपको। लेकिन जिसने जमात छोड़ दी, जिसने कादियानियत छोड़ दी, ये सोचकर कि मिर्ज़ा ग़ुलाम अहमद कादियानी एक झूठा कज़ाब है और उसका नबूवत का दावा गलत है, वो भी मुसलमान हो गया, ठीक है। और एक शख्स जो ये कहे कि जी दावा ही नहीं मिला मुझे, वो तो हर जगह पे इनकार करता रहा, इसलिए मैं उसको छोड़ रहा हूँ, तो एंड रिज़ल्ट हम देखेंगे, ठीक है। एंड जस्टिफाई द मीन्स। एंड रिज़ल्ट क्या है? उसने वो जमात को छोड़ दिया, उसके ऊपर हरफ कह के उसने उससे जान छुड़ा ली। ज़ाहिर है कि वो जो है वो इस्लाम के दायरे में दाखिल हो गया। इसमें कोई कॉम्प्लिकेटेड सिचुएशन ही नहीं है। एक बंदे ने उस बंदे को दावे में झूठा पाया और एक बंदे ने ये कहा कि उसका दावा ही नहीं है। दोनों का एंड रिजल्ट क्या निकला? वो दूर हो गया जमात से। जब वो दूर हो गया जमात से तो वो दायरा इस्लाम में दाखिल हो गया। नहीं काज़मी साहब, नहीं, अगर उसको दोबारा कोई अपने हमारे मुसलमान भाइयों में से कोई कहता है कि नहीं उसका तो दावा था, तुमने ये बात गलत सोची कि मिर्जा ने नहीं किया हुआ था, या कोई मरज़ई उसको कहता है कि नहीं उसका तो दावा था,
वो फिर किधर जाएगा? हाँ ये मसला है। अब्दुल्ला भाई बात समझें, देखिए या बात वो उसका कहना नहीं, जब वो छोड़ के इधर आ जाता है, मुसलमान हो जाता है, उसके बाद वो भी दलाइल देना शुरू कर देगा कि मरज़इयों को कि वो तो मदई नबूवत था, नहीं। देखिए मेरी बात सुने, जबकि उसने छोड़ा इस सिंपल वजह से कि वो मदई नबूवत नहीं था। जी जी, मैं वही बता रहा हूँ कि आप इन चीज़ों को इसके एंड रिजल्ट पर लाएं, एंड रिजल्ट पर लाएं, एंड रिजल्ट पर लाएं ना। एंड रिजल्ट क्या निकला उस बंदे का? एंड रिजल्ट ये निकला उस बंदे का कि उसने उन चीज़ों से जान छुड़ा ली, उसने जमात से जान छुड़ा ली। एंड रिजल्ट ये निकला। अब उसके दिल में ये हो कि उसका दावा ही नहीं था इसलिए मुझे उसको मानना फ़र्ज़ नहीं है, और ये कि उसका झूठा दावा था इसलिए मैंने उसे जान छुड़ा ली, एंड रिजल्ट तो सेम निकला है ना। तो फिर आप दोनों के ऊपर हद कौन सी लगा सकते हैं? हमने तो जाहिर पे फतवा देना है ना। नहीं, बात ठीक है आपकी, लेकिन वो ये छोड़ के घर तो बैठ नहीं जाएगा। वो जब आके अपने मुसलमान भाइयों के साथ बैठेगा, ठीक है, वो उसको दोबारा बोलना शुरू कर देंगे कि नहीं नहीं वो तो मदई नबूवत था। अस्सलाम वालेकुम। उसके बाद वो फिर मरज़इयों के पास जाएगा, वो बोलेंगे था, वो फिर कंफ्यूज हो जाएगा। नहीं, देखिए ऐसा नहीं होता, ऐसा नहीं होता। ईमान जो है ना, नहीं मैं बता ईमान देता हूँ इसका हल, कोई मसला ही नहीं है इतना बड़ा ये तो। चल नदीम साहब को हल आ गया जी को लगता है। राजा साहब और मलक कैसर साहब गल ਇਹ ਵੇ ਕਿ ਪਹਿਲੇ ਉਹ ਬੰਦਾ ਦਾਵਾ ਕਰਦਾ ਸੀ ਨਬੂਵਤ ਦਾ, ਜਦੋਂ ਉਹਨੂੰ ਪਤਾ ਲੱਗਾ ਕਿ ਨਬੂਵਤ ਦਾ ਦਾਵਾ ਨਹੀਂ ਹੈ ਜਾਂ ਉਹਨੇ ਨਬੂਵਤ ਦਾ ਦਾਵਾ ਕੀਤਾ, ਮੁਸਲਮਾਨ ਹੋ ਗਿਆ। ਇਹੀ ਗੱਲ ਹੈ, ਤੁਹਾਡਾ ਮਸਲਾ ਹੈ ਨਾ? ਨਹੀਂ ਮੈਨੂੰ ਤਾਂ ਲੱਗਦਾ ਤੁਸੀਂ ਸਾਡੀ ਗੱਲ ਸੁਣ ਲਈ ਹੈ। ਕਰੋ ਗੱਲ ਕਰੋ, ਦੱਸੋ, ਦੁਬਾਰਾ ਦੱਸ ਦਿਓ। नदीम साहब सवाल ਪੇਸ਼ ਕਰਨਾ ਨਾ, सवाल है ਜਦੋਂ ਤੁਸੀਂ शोएब ਇਹ भाई ने ਕਿਹਾ शोएब भाई ਪੇਸ਼ करो ਕਰਨਾ, सवाल। ਅਸੀਂ ਤਾਂ ਸਮਝ ਗਏ ਕਿ ਤੁਹਾਨੂੰ ਤੁਹਾਡਾ ਸਵਾਲ ਸਮਝ ਆ ਗਿਆ। ਹੁਣ ਤੁਸੀਂ ਕਹਿ ਰਹੇ ਹੋ ਸਵਾਲ ਕੀ ਹੈ ਦੁਬਾਰਾ। ਚਲੋ ਤੁਸੀਂ ਦੁਬਾਰਾ ਦੱਸ ਦਿਓ ਸਵਾਲ, ਅਗਰ ਮੈਂ ਅੱਛਾ, ਸਵਾਲ ਇਹ ਹੈ ਕਿ ਮਿਰਜ਼ਾ ਨੇ ਦਾਵਾ ਕੀਤਾ ਹੈ। ਜਦੋਂ ਬੰਦਾ ਪਹਿਲੀ ਦਫੀ ਦਾਵਾ ਕਰਦਾ ਹੈ ਨਾ ਕਿਸੇ ਚੀਜ਼ ਦਾ, ਉਹ ਉਸੇ ਟਾਈਮ ਹੀ ਕਾਫਰ ਹੋ ਗਿਆ। ਮਤਲਬ ਬਾਅਦ ਚ ਉਹਨੇ ਬੇਸ਼ੱਕ ਇਨਕਾਰ ਕਰ ਦਿੱਤਾ। ਮਿਰਜ਼ਾ ਸਾਹਿਬ ਨੇ ਨਬੂਵਤ ਦਾ ਦਾਵਾ ਕੀਤਾ ਹੈ, ਬਿਲਕੁਲ ਵਾਜ਼ਿਆ ਕੀਤਾ ਹੈ, ਉਹ ਹੋ ਗਏ ਨੇ ਕਾਫਰ, ਉਹਨਾਂ ਨੂੰ ਇਸਲਾਮ ਤੋਂ ਖਾਰਿਜ ਕਰ ਦਿੱਤਾ। ਠੀਕ ਹੋ ਗਿਆ। ਹੁਣ ਅੱਗੇ ਆ ਗਏ ਉਹਨਾਂ ਦੇ ਮੰਨਣ ਵਾਲੇ, ਉਹਨਾਂ ਦੇ ਮੰਨਣ ਵਾਲੇ ਜਿਹੜੇ ਨੇ ਉਹ ਉਹਨਾਂ ਨੂੰ ਨਬੀ ਮੰਨ ਕੇ ਬੈਠੇ ਨੇ। ਠੀਕ ਹੈ। ਤੇ ਇੱਕ ਬੰਦਾ ਕਹਿੰਦਾ ਜੀ ਮੈਂ ਤੇ ਉਹਨਾਂ ਦੀ ਸਟੱਡੀ ਕੀਤੀ ਹੈ ਤੇ ਮੈਨੂੰ ਜਿੱਥੇ ਉਹਨਾਂ ਦੇ ਦਾਅਵੇ ਨਜ਼ਰ ਆਏ ਨੇ ਉੱਥੇ ਨਾਲ ਇਨਕਾਰ ਨਜ਼ਰ ਆਇਆ, ਤੇ ਮੈਨੂੰ ਇਹ ਸਮਝ ਆਈ ਹੈ ਕੁੱਲ ਮਿਲਾ ਕੇ ਕਿ ਉਹਨਾਂ ਦਾ ਨਬੂਵਤ ਦਾ ਦਾਵਾ ਕੋਈ ਨਹੀਂ, ਤੇ ਮੈਂ ਜਮਾਤ ਛੱਡ ਦਿੱਤੀ ਹੈ। ਠੀਕ ਹੋ ਗਿਆ। ਹੁਣ ਜਿਹੜੇ ਉਹ ਛੱਡ ਕੇ ਇੱਧਰ ਆਇਆ, ਅੱਗੇ ਰੋਲਾ ਪਿਆ ਕਿ ਉਹਨਾਂ ਦਾ ਤਾਂ ਨਬੂਵਤ ਦਾ ਦਾਵਾ ਹੈ ਤੇ ਤੂੰ ਤੇ ਕਾਫਰ ਹੈ। ਉਹ ਬੰਦਾ ਫਿਰ ਕਿੱਧਰ ਜਾਵੇ? ਉਹ ਬੰਦਾ ਕਿੱਧਰ ਜਾਏਗਾ? ਉਹ ਤਾਂ ਇਸਲਾਮ ਦੇ ਵਿੱਚ ਹੈ ਨਾ। ਹੁਣ ਇਸਲਾਮ ਦੀ ਕਿੱਥੇ ਜਾਏਗਾ? ਕਿਧਰੇ ਨਹੀਂ ਜਾਏਗਾ। ਉਹਦਾ ਨਬੂਵਤ ਦਾ ਦਾਵਾ ਤੇ ਉਹ ਮਰਜ਼ੀਆਂ ਕਹਿਣਾ ਨਾ ਕਿ ਤੂੰ ਠੀਕ। ਅੱਛਾ ਹੁਣ ਸੁਣ ਲਓ, ਉਹਨੂੰ ਅਸੀਂ ਆਇਆ ਇਹ ਕਹਿਣਾ ਕਿ ਤੂੰ ਠੀਕ ਕੀਤਾ ਕਿ ਤੂੰ ਪਹਿਲੇ ਯਾਰ ਮੇਰਾ ਸਵਾਲ ਤਾਂ ਸੁਣ ਲਓ ਯਾਰ ਮਲਕ ਸਾਹਿਬ, ਮੇਰਾ ਸਵਾਲ ਇਹ ਪੂਰਾ ਨਹੀਂ ਹੋਇਆ। ਨਦੀਮ ਭਾਈ ਸੁਣੋ ਯਾਰ, ਸੁਣ ਤੇ ਲਵੋ ਨਾ। ਮੈਂ ਕਹਿ ਰਿਹਾ ਉਹ ਬੰਦਾ ਉੱਥੋਂ ਨਿਕਲ ਕੇ ਆ ਗਿਆ ਸਾਡੇ ਹਾਲ, ਠੀਕ ਹੈ। ਹੁਣ ਆਇਆ ਸੀ ਉਹਨੂੰ ਇਹ ਕਹਿਣਾ ਹੈ ਕਿ ਤੂੰ ਕੰਮ ਠੀਕ ਕੀਤਾ ਹੈ ਆ ਗਿਆ, ਜਾਂ ਉਹਨੂੰ ਅਸੀਂ ਇਹ ਕਹਿਣਾ ਕਿ ਨਹੀਂ ਤੂੰ ਗਲਤ ਕੀਤਾ ਹੈ, ਉਹਦਾ ਤਾਂ ਨਬੂਵਤ ਦਾ ਦਾਵਾ ਹੈ, ਤੂੰ ਕਿਉਂ ਛੱਡ ਕੇ ਆਇਆ? ਇਹ ਦੱਸੋ। ਜਦੋਂ ਮੁਸਲਮਾਨ ਹੋ ਗਿਆ ਤਾਂ ਉਹ ਥੱਲੇ ਸਾਕੀ ਕਹਿੰਦਾ ਨਵਾਂ ਗੱਠਾ ਖੋਲ ਗਿਆ ਜੀ। ਨਹੀਂ ਮੇਰੀ ਗੱਲ ਸੁਣੋ ਨਾ ਸ਼ੋएब ਰਾਜਾ ਸਾਹਿਬ, ਜਦੋਂ ਮੁਸਲਮਾਨ ਨਹੀਂ ਗੱਲ ਸੁਣੋ ਇੱਕ ਮਿੰਟ ਸ਼ੋएब ਭਾਈ, ਇੱਕ ਮਿੰਟ। ਨਦੀਮ ਸਾਹਿਬ ਤੁਸੀਂ ਸਮਝ ਲਓ ਇੱਕ ਅਬਦੁੱਲਾ ਜੀ ਤੂੰ ਨਵੀਂ ਕਨਫਿਊਜ਼ਨ ਵਾਸਤੇ ਸਮਝ ਲਓ, ਥੱਲੇ ਲਾ ਦੇਣਾ ਜੀ। ਠੀਕ ਹੈ ਨਦੀਮ ਸਾਹਿਬ, ਤੁਸੀਂ ਸਮਝ ਲਓ, ਤੁਸੀਂ 5 ਮਿੰਟ ਵਾਸਤੇ ਆਇਆ, ਸਮਝ ਲਓ ਕਿ ਤੁਸੀਂ ਪਹਿਲੇ ਹੈਲੋ ਥੱਲੇ ਇੱਕ ਬੰਦੇ ਦਾ ਕਮੈਂਟ ਆਇਆ। ਠਹਿਰ ਜਾ ਅਬਦੁੱਲਾ, ਠਹਿਰ ਜਾ अब्दुल्ला, एक मिनट कमेंट पढ़ लेंगे भाई। जब वो बंदा कह रहा है कि वो नबी नहीं है, उसका नबूवत का दावा नहीं है, तो फिर उस पर क्या फतवा लगेगा? तो ठीक है, ਅਸੀਂ ਵੀ ਤੇ ਇਹੀ ਕਹਿ ਰਹੇ ਹਾਂ, ਉਹਦਾ ਤਾਂ ਨਬੂਵਤ ਦਾ ਦਾਵਾ ਕੋਈ ਨਹੀਂ, ਛੱਡ ਕੇ ਆ ਜਾਓ ਉਹਨੂੰ ਇੱਧਰ। ਇੱਥੇ ਰੋਲਾ ਪਿਆ ਨਹੀਂ, ਉਹਦਾ ਨਬੂਵਤ ਦਾ ਦਾਵਾ ਹੈ, ਉਹਦਾ ਨਬੂਵਤ ਦਾ ਦਾਵਾ ਹੈ। ਲੋਰੀ ਪੱਕਾ ਨਬੀ ਮੰਨਦੇ ਨੇ ਭਾਈ। ਸਵਾਲ ਆਇਆ, ਇਹ ਵੀ ਅੱਛਾ ਸਵਾਲ। ਸਾਕੀ ਕਹਿੰਦਾ ਉਹਨੂੰ ਗੋਲੀ ਮਾਰ ਦਿਓ। ਨਦੀਮ ਸਾਹਿਬ ਮੈਂ 5 ਮਿੰਟ ਵਾਸਤੇ ਕਹਿਣਾ ਕਿ ਤੁਸੀਂ ਸਮਝੋ ਕਿ ਤੁਸੀਂ ਮਰਜ਼ਾਈ ਸੀ, ਪਹਿਲੇ ਤੁਸੀਂ ਛੱਡ ਦਿੱਤਾ, ਮਰਜ਼ਾਈਅਤ ਨੂੰ ਛੱਡ ਦਿੱਤਾ। ਤੁਸੀਂ ਆਖਿਆ ਕਿ ਉਹਦਾ ਤੁਸੀਂ ਛੱਡ ਦਿੱਤਾ, ਮਰਜ਼ਾਈਅਤ ਨੂੰ ਛੱਡ ਦਿੱਤਾ। ਤੁਸੀਂ ਆਖਿਆ ਕਿ ਉਹਦਾ ਤੇ ਮਰਜ਼ੇ ਦਾ ਤੇ ਦਾਵਾ ਹੀ ਨਹੀਂ। ਇਹਨਾਂ ਨੇ ਮੈਨੂੰ ਪਾਗਲ ਬਣਾਇਆ, ਇਸ ਜਮਾਤ ਨੇ ਮੇਰੇ ਕੋਲੋਂ ਇੰਝ ਹੀ ਝੂਠੇ ਲੈਂਦੇ ਰਹਿੰਦੇ ਨੇ, ਚੰਦੇ ਲੈਂਦੇ ਰਹਿੰਦੇ ਨੇ। ਉਸ ਤੋਂ ਬਾਅਦ ਤੁਸੀਂ ਹੋ ਗਏ ਮੁਸਲਮਾਨ। ਹੁਣ ਜਿਸ ਤੁਸੀਂ ਮੁਸਲਮਾਨ ਹੋ ਗਏ, ਇੱਧਰ ਆਏ ਹੋ ਤੇ ਇੱਧਰ ਆ ਕੇ ਤੁਸੀਂ ਆਖਿਆ ਕਿ ਮਿਰਜ਼ਾ ਦਾ ਦਾਵਾ ਕੋਈ ਨਹੀਂ ਸੀ, ਮੈਂ ਇਸ ਵਾਸਤੇ ਮਰਜ਼ਾਈਅਤ ਛੱਡੀ ਹੈ।
ਅੱਗੂ ਤੁਹਾਨੂੰ ਕੋਈ ਹੈ ਤੂੰ ਮੁਫਤੀ ਇਕਰਾਮ ਲੱਭ ਜਾਂਦੇ ਨੇ, ਉਹ ਆਂਦੇ ਨੇ ਜੇ ਤੂੰ ਇਹ ਗੱਲ ਕੀਤੀ ਤੇ ਤੂੰ ਮੁਸਲਮਾਨ ਹੀ ਨਹੀਂ। ਓ ਬਾਬਾ ਹੁਣ ਦੱਸੋ। नहीं ये तो कोई ऐसा मसला नहीं है। देखो मैं यहाँ पर ना थोड़ी देर के लिए खामोश हुआ था। अब्दुल्ला भाई एक मिनट, अब्दुल्ला भाई बात सुने, अब्दुल्ला भाई बात सुने, अब्दुल्ला भाई बात सुने, अब्दुल्ला भाई बात सुने, मुफ्ती साहब को ये नहीं पता। अब्दुल्ला भाई बात सुने, अब्दुल्ला भाई बात सुने, एक मिनट नदीम भाई, एक मिनट ठहरो। देखिए अब्दुल्ला भाई, बात ये होती है कि ये जो क्वेश्चन आप पूछ रहे हैं ना, ये क्वेश्चन ही मैं समझता हूँ कि ये गलत क्वेश्चन है। इसकी वजह क्या है कि अगर मैं आपसे कहूँ, अगर मैं आपसे सुने अब्दुल्ला भाई, मुझे इसका जवाब देना है आपने। अब्दुल्ला भाई सुने तो सही, मैं आपको आपके सवाल की एग्जांपल देने लगा हूँ। अगर मैं आपको ये कहूँ कि अब्दुल्ला भाई आपने चोरी करना छोड़ दिया है, क्या जवाब देंगे इसका आप मुझे? हाँ जी मैंने छोड़ दिया है, इसका मतलब है पहले आप चोरी करते थे। या आप कहें जी नहीं मैंने नहीं छोड़ा, अच्छा इसका मतलब है कि आप अभी भी चोरियां करते हैं। ये ऐसा नहीं होता सवाल। इस्लाम के अंदर दाखिल होने आप नहीं समझ रहे खलीफा भाई, आप बात नहीं समझ रहे, मेरी बात सुनिए। मिर्जे को तो फिलहाल निकाल दें अभी, क्योंकि मिर्जे ने तो नबूवत का दावा किया है, वो काफिर था, कज़ाब था, दज्जाल था, वो दुनिया से चला गया। मिर्जे का तो दावा था नबूवत का। अब जो बंदे उस जगह में फंसे हुए हैं उनको निकालने के लिए अगर कोई बंदा ये कहे कि भाई वो चेक कर, वो तो नबूवत इनकार करता पिया ਤੇ ਤੂੰ ਨਬੀ ਮੰਨ ਕੇ ਬੈਠੇ ਹੈ, ਛੱਡ ਉਹਨੂੰ। ਅਗਰ ਉਹ ਇਹ ਛੱਡ ਦਿੰਦਾ ਹੈ ਇਸ ਚੀਜ਼ ਨੂੰ ਮੰਨ ਕੇ ਕਿ ਉਹਦੇ ਨਬੂਵਤ ਦਾ ਦਾਵਾ ਨਹੀਂ ਹੈ, ਆਇਆ ਉਹਦਾ ਅਮਲ ਦਰੁਸਤ ਹੈ ਜਾਂ ਗਲਤ ਹੈ, ਇਹ ਦੱਸੋ ਸਾਨੂੰ। यार दुरुस्त है ਉਹਦਾ ਅਮਲ मेरे भाई। आप देखो बेसिक इस्लाम में दाखिल होने के लिए शराइत क्या है? ਅਸੀਂ ਤੇ ਗੱਲ ਕਰ ਰਹੇ ਹਾਂ। मैं कह रहा हूँ इस्लाम में दाखिल होने के लिए 2 शराइत है मेरे भाई, सिर्फ 2 शराइत है। उसके अंदर ला इलाहा इल्लल्लाह मोहम्मद रसूलुल्लाह, सिंपल इज दैट। ये 2 शराइत हैं जिसमें आपको एंटर होने के लिए आपको समझ लें कि आईडी कार्ड इशू हो जाता है इस्लाम का। तो फिर अगर वो ला इलाहा इल्लल्लाह मोहम्मद रसूलुल्लाह पढ़ता है और साथ में मिर्जे को भी मानता है, फिर वो मोहम्मद रसूलुल्लाह पे बिलीव उस तरह से नहीं ना कर रहा जिस तरह से कहा गया है, वो उसका मुनकर हो गया ना। तो यही तो हम कह रहे हैं, मोहम्मद रसूलुल्लाह का मुनकर हो गया। वो मिर्जे को छोड़ देता है, वो कहता है मैं नहीं मानता कि वो नबी है, उसका नबूवत का दावा नहीं है, मैं अब इस्लाम में। तो उसने छोड़ दिया ना, फिर पीछे क्या रहेगी बात? किस वजह से है छोड़ा, किस वजह से, ये वजह बताएं। ओ सर छोड़ा किस वजह से? सर मेरी बात सुने। अभी वजूहात मेरा शायद पहले सिग्नल कट गए थे, मुझे मुकम्मल कर लेने दें कि अब्दुल्ला भाई वजूहात जो भी हो, मनो या ना मनो, अब्दुल्ला को नहीं। अब्दुल्ला भाई सोएब भाई देखिए, वजूहात होती है ना, वजूहात और तौजीहात जो होती हैं उसके ऊपर चीज डिपेंड नहीं करती कि वजह क्या है। हमें अमली ज़ाहिरी अमल जो है ना उसका वो सामने आना चाहिए। जिस वजह से वो छोड़ रहे हैं, ये कह रहे हैं कि मिर्जे का नबूवत का दावा नहीं है, और भाई हम कह रहे हैं उसका नबूवत का दावा है। हम तो कह रहे हैं कि उसने नबूवत का दावा किया था और वो मरदूद हुआ, कज़ाब हो गया, दज्जाल हो गया, वो अब चला गया। अब जो वहां पे फंसे हुए हैं लोग, उनको निकालने के क्या तरीका है, ये बताएं। उनको एक मिनट काज़मी साहब, मेरी बात सुनिए। मैं कह रहा था कि उसकी जो वजूह है, जो वजूह है उसकी, जिस वजूह से उसने छोड़ा है, आगे जब आता है, आगे मुसलमान उसको कहते हैं अगर ये वजूह तुमने दूसरे मुसलमानों को बताई तो तुम